ਜਗਬਾਣੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਖੁਸ਼ੀ ਦੀ ਖਬਰ ਹੈ ਕਿ ਜੋ ਇਲੈਕਟ੍ਰੋਨਿਕਸ ਚੀਜ਼ਾਂ ਨੇ ਉਹਨਾਂ ਦੇ ਵਿੱਚ ਜੋ ਉਹਨਾਂ ਦੀਆਂ ਕੀਮਤਾਂ ਨੇ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਕਾਫੀ ਜ਼ਿਆਦਾ ਕਟੌਤੀ ਹੋਈ ਹੈ, ਜਿਸ ਦਾ ਸਿੱਧਾ ਲਾਭ ਦੇਸ਼ ਭਰ ਦੇ ਲੋਕਾਂ ਨੂੰ ਵੀ ਹੋਵੇਗਾ, ਦੇਸ਼ ਨੂੰ ਵੀ ਹੋਵੇਗਾ, ਕੇਂਦਰ ਸਰਕਾਰ ਦੇ ਮਾਲੀਏ ਨੂੰ ਵੀ ਇਸ ਦਾ ਸਿੱਧਾ ਲਾਭ ਹੋਵੇਗਾ, ਕਿਉਂਕਿ ਜੋ GST ਦੇ ਵਿੱਚ ਕਟੌਤੀ ਕੇਂਦਰ ਸਰਕਾਰ ਦੇ ਵੱਲੋਂ ਕੀਤੀ ਗਈ ਹੈ, ਖਾਸ ਕਰਕੇ ਇਲੈਕਟ੍ਰੋਨਿਕ ਚੀਜ਼ਾਂ ਦੇ ਵਿੱਚ ਜਿਵੇਂ ਕਿ ਟੀਵੀ, ਸਮਾਰਟਫੋਨ ਤੇ ਕੁਝ ਹੋਰ ਵੀ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ, ਜਿਸ ਤੋਂ ਬਾਅਦ ਲੋਕਾਂ ਨੇ ਇਹਨਾਂ ਚੀਜ਼ਾਂ ਦੀ ਖਰੀਦੋ ਫਰੋਖਤ ਵੀ ਜ਼ਿਆਦਾ ਸ਼ੁਰੂ ਕਰ ਦਿੱਤੀ ਹੈ, ਜਿਸ ਦਾ ਸਿੱਧਾ ਲਾਭ ਕੇਂਦਰ ਸਰਕਾਰ ਦੇ ਮਾਲੀਏ ਨੂੰ ਹੋਵੇਗਾ ਤੇ ਨਾਲ ਹੀ ਜੋ ਲੋਕ ਨੇ ਉਹਨਾਂ ਨੂੰ ਵੀ ਇਸ ਸਹੂਲਤ ਦਾ ਫਾਇਦਾ ਹੋਵੇਗਾ, ਕਿਉਂਕਿ ਉਹਨਾਂ ਨੂੰ ਇਹ ਚੀਜ਼ਾਂ ਸਸਤੀਆਂ ਮਿਲਣਗੀਆਂ। ਦੱਸ ਦਈਏ ਕਿ 1 ਜੁਲਾਈ ਨੂੰ ਕੇਂਦਰ ਸਰਕਾਰ ਨੇ ਨਿਯਮ ਲਾਗੂ ਕੀਤੇ ਨੇ, GST ਦੇ ਵਿੱਚ ਕਟੌਤੀ ਕੀਤੀ ਹੈ, ਖਾਸ ਕਰਕੇ ਜੋ ਸਮਾਰਟਫੋਨ ਨੇ, ਇਸ ਤੋਂ ਇਲਾਵਾ ਟੀਵੀ ਨੇ, ਹੋਰ ਕੁਝ 8 ਤੋਂ 10 ਅਜਿਹੀਆਂ ਇਲੈਕਟ੍ਰੋਨਿਕਸ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਕਟੌਤੀ ਹੋਈ ਹੈ, ਕਿਉਂਕਿ ਸਿੱਧਾ ਜੋ GST ਜਦੋਂ ਘਟਾ ਦਿੱਤਾ ਜਾਂਦਾ ਹੈ ਤਾਂ ਉਸ ਦਾ ਸਿੱਧਾ ਲਾਭ ਗ੍ਰਾਹਕਾਂ ਨੂੰ ਵੀ ਹੁੰਦਾ ਹੈ। ਤੁਹਾਨੂੰ ਦੱਸ ਦਈਏ ਕਿ ਜੋ ਮੋਬਾਈਲ ਅਤੇ ਟੀਵੀ ਦੀ ਖਰੀਦਦਾਰੀ ਤੇ ਪਹਿਲਾਂ 31.3% ਦੀ GST ਲੱਗਦੀ ਸੀ, ਉਹ ਹੁਣ ਸਰਕਾਰ ਨੇ 12 ਤੋਂ 18% ਕਰ ਦਿੱਤੀ ਹੈ। ਇਸ ਤਰ੍ਹਾਂ ਪਹਿਲਾਂ ਦੇ ਮੁਕਾਬਲੇ ਜੇਕਰ ਮੋਬਾਈਲ ਫੋਨ ਅਤੇ ਟੀਵੀ ਖਰੀਦਣ ਦੀ ਗੱਲ ਕਰੀਏ ਤਾਂ 19% ਇਹ ਸਸਤਾ ਹੋ ਜਾਵੇਗਾ ਤੇ ਨਾਲ ਹੀ ਇਹ ਨਵੀਂ GST ਦੀ ਦਰ ਜੋ ਕਿ 1 ਜੁਲਾਈ 2023 ਤੋਂ ਸ਼ੁਰੂ ਹੋ ਗਈ ਹੈ, ਜਿਸ ਦਾ ਸਿੱਧਾ ਲਾਭ ਲੋਕਾਂ ਨੂੰ ਮਿਲਣਾ ਵੀ ਸ਼ੁਰੂ ਹੋ ਗਿਆ ਤੇ ਇਸ ਦਾ ਸਿੱਧਾ ਲਾਭ ਕੇਂਦਰ ਸਰਕਾਰ ਨੂੰ ਵੀ ਹੋਇਆ ਹੈ। ਦੱਸ ਦਈਏ ਕਿ ਪਹਿਲਾਂ ਜੋ 27 ਇੰਚ ਟੀਵੀ ਦੀ ਕੀਮਤ ਸੀ ਉਹ 32,825 ਰੁਪਏ ਸੀ, ਲੇਕਿਨ ਹੁਣ ਗ੍ਰਾਹਕਾਂ ਨੂੰ ਇਸ ਦੇ ਲਈ 29,500 ਰੁਪਏ ਦੇਣੇ ਪੈਂਦੇ ਨੇ, ਜਦੋਂ ਕਿ ਜੇਕਰ 27 ਇੰਚ ਦੀ ਵੱਡੀ ਟੀਵੀ ਸਕਰੀਨ ਖਰੀਦਦੇ ਸਨ ਲੋਕ ਤਾਂ ਉਹਨਾਂ ਨੂੰ 32,825 ਰੁਪਏ ਦੇਣੇ ਪੈਂਦੇ ਨੇ। ਤੇ ਇਸੇ ਤਰ੍ਹਾਂ ਪਹਿਲਾਂ 1 ਜੁਲਾਈ ਤੋਂ ਪਹਿਲਾਂ ਇੱਕ ਸਮਾਰਟਫੋਨ ਦੀ ਜੇਕਰ ਕੀਮਤ ਦੀ ਗੱਲ ਕਰੀਏ ਤਾਂ ਜੇਕਰ ਸਮਾਰਟਫੋਨ 32,825 ਰੁਪਏ ਦਾ ਸੀ ਤਾਂ ਹੁਣ ਉਸ ਦੇ ਮੁਕਾਬਲੇ ਜੋ ਸਮਾਰਟਫੋਨ ਜੇਕਰ ਅੱਜ ਦੀ ਤਰੀਕ ਦੇ ਵਿੱਚ ਕੋਈ ਵੀ ਵਿਅਕਤੀ ਖਰੀਦਦਾ ਹੈ ਤਾਂ ਉਸ ਨੂੰ 28,999 ਰੁਪਏ ਰਕਮ ਅਦਾ ਕਰਨੀ ਪੈਂਦੀ ਹੈ। ਕਾਬਲੇ ਗੌਰ ਹੈ ਕਿ ਇਸ ਤੋਂ ਇਲਾਵਾ ਫਰਿੱਜ, ਵਾਸ਼ਿੰਗ ਮਸ਼ੀਨ, ਗੀਜ਼ਰ, ਜੋ ਪੱਖੇ ਨੇ, ਕੂਲਰ, LPG ਸਟੋਵ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਜਿਹੜੇ ਹੋਮ ਐਪਲਾਇੰਸਸ ਹੈਗੇ ਨੇ ਉਹਨਾਂ ਦੇ ਵਿੱਚ ਜਿਵੇਂ ਕਿ ਅਸੀਂ ਗੱਲ ਕਰੀਏ ਮਿਕਸਰ, ਜੂਸਰ ਆਦਿ, ਇਹਨਾਂ ਚੀਜ਼ਾਂ ਨੂੰ ਖਰੀਦਣ ਤੇ 18% ਦੀ ਜਗ੍ਹਾ ਹੁਣ 12% ਟੈਕਸ ਦੇਣਾ ਪਵੇਗਾ, ਜਿਸ ਦਾ ਲਾਭ ਲੋਕਾਂ ਨੂੰ ਹੋ ਰਿਹਾ ਤੇ ਲੋਕਾਂ ਨੇ ਇਹਨਾਂ ਚੀਜ਼ਾਂ ਦੀ ਵੀ ਕਾਫੀ ਜ਼ਿਆਦਾ ਖਰੀਦੋ ਫਰੋਖਤ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ LED ਤੇ 12% ਟੈਕਸ ਲਾਗੂ ਹੋਵੇਗਾ ਤੇ ਵੈਕਿਊਮ ਕਲੀਨਰ ਤੇ UPS ਤੇ ਵੀ GST ਦਰ ਜੋ ਕਿ 28% ਤੋਂ ਘੱਟ ਕਰਕੇ 18% ਕਰ ਦਿੱਤੀ ਗਈ ਹੈ, ਯਾਨੀ ਕਿ 10% ਦਾ ਸਿੱਧਾ ਲਾਭ ਲੋਕਾਂ ਨੂੰ ਹੋਵੇਗਾ। ਜੋ ਲੋਕ ਕਿਉਂਕਿ ਇਹ ਜੋ ਖਬਰ ਹੈ ਕਾਫੀ ਦਿਨਾਂ ਤੋਂ ਪ੍ਰਚਲਿਤ ਹੋ ਰਹੀ ਸੀ, ਕਾਫੀ ਦਿਨਾਂ ਤੋਂ ਵਾਇਰਲ ਹੋ ਰਹੀ ਸੀ, ਜੋ ਕਿ ਕੇਂਦਰ ਸਰਕਾਰ ਦੇ ਵੱਲੋਂ ਇਸ ਦੇ ਵਿੱਚ ਸੰਸ਼ੋਧਨ ਕੀਤਾ ਗਿਆ GST ਦੇ ਵਿੱਚ, ਤਾਂ ਲੋਕ ਵੀ ਇਸ ਤਾਕ ਦੇ ਵਿੱਚ ਸਨ ਕਿ ਜੇਕਰ ਉਹਨਾਂ ਨੇ ਕੋਈ ਚੀਜ਼ ਖਰੀਦਣੀ ਹੈ ਤਾਂ ਉਹਨਾਂ ਨੇ ਗੁਰੇਜ਼ ਕੀਤਾ ਕਿ ਜੂਨ ਦੇ ਮਹੀਨੇ ਨਾ ਖਰੀਦੀਆਂ ਜਾਣ ਚੀਜ਼ਾਂ, ਤਾਂ ਉਹਨਾਂ ਨੇ ਜੁਲਾਈ ਦੇ ਮਹੀਨੇ ਯਾਨੀ ਕਿ 1 ਤਰੀਕ ਤੋਂ ਬਾਅਦ ਹੀ ਇਹਨਾਂ ਚੀਜ਼ਾਂ ਨੂੰ ਖਰੀਦਣ ਦੇ ਵਿੱਚ ਆਪਣੀ ਜੋ ਕਹਿ ਸਕਦੇ ਹਾਂ ਕਿ ਸਿਆਣਪ ਦਿਖਾਈ ਹੈ ਤੇ ਉਸ ਤੋਂ ਬਾਅਦ ਜੋ ਇਹਨਾਂ ਚੀਜ਼ਾਂ ਦੀ ਖਰੀਦੋ ਫਰੋਖਤ ਕਾਫੀ ਜ਼ਿਆਦਾ ਵੱਧ ਗਈ ਹੈ। ਜੋ ਲੋਕ ਨੇ ਆਨਲਾਈਨ ਵੀ ਕਾਫੀ ਆਰਡਰ ਕਰਦੇ ਪਏ ਨੇ, ਇਸ ਤੋਂ ਇਲਾਵਾ ਦੁਕਾਨਾਂ ਤੇ ਜਾ ਕੇ, ਸ਼ੋਰੂਮਸ ਤੇ ਜਾ ਕੇ ਇਹਨਾਂ ਚੀਜ਼ਾਂ ਦੀ ਕਾਫੀ ਜ਼ਿਆਦਾ ਖਰੀਦੋ ਫਰੋਖਤ ਕਰਦੇ ਪਏ ਨੇ। ਲਗਾਤਾਰ ਇਹਨਾਂ ਚੀਜ਼ਾਂ ਦੀ ਜਦੋਂ GST ਦੇ ਵਿੱਚ ਕਟੌਤੀ ਹੁੰਦੀ ਹੈ ਤਾਂ ਲੋਕਾਂ ਨੇ ਇਹਨਾਂ ਦੀ ਖਰੀਦੋ ਫਰੋਖਤ ਕਾਫੀ ਜ਼ਿਆਦਾ ਕਰਨੀ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਜੇਕਰ ਆਪਾਂ ਦੇਖੀ ਤਾਂ 10% ਕਾਫੀ ਜ਼ਿਆਦਾ ਹੋ ਜਾਂਦਾ ਹੈ ਤੇ ਲੋਕਾਂ ਨੂੰ ਸਿੱਧਾ ਇਸ ਦਾ ਲਾਭ ਹੁੰਦਾ ਹੈ। ਤੇ ਇਸ ਦੇ ਨਾਲ ਹੀ ਜੇਕਰ ਅਸੀਂ ਗੱਲ ਕਰੀਏ ਦੇਸ਼ ਦੀ ਇਕਨੋਮੀ ਦੀ ਜਾਂ GDP ਦੀ ਗੱਲ ਕਰੀਏ ਤਾਂ ਇਸ ਨੂੰ ਕਾਫੀ ਬਲ ਮਿਲਦਾ ਹੈ, ਕਿਉਂਕਿ ਜਦੋਂ ਦੇਸ਼ ਭਰ ਦੇ ਲੋਕ ਇਹਨਾਂ ਚੀਜ਼ਾਂ ਨੂੰ ਖਰੀਦਦੇ ਨੇ, ਜਦੋਂ ਇਹਨਾਂ ਚੀਜ਼ਾਂ ਦਾ ਆਦਾਨ ਪ੍ਰਦਾਨ ਹੋਣਾ ਸ਼ੁਰੂ ਹੋ ਜਾਂਦਾ ਹੈ, ਲੋਕ ਪੈਸੇ ਬਾਹਰ ਕੱਢਦੇ ਨੇ, ਆਪਣੀ ਚੀਜ਼ ਲੈ ਕੇ ਆਉਂਦੇ ਨੇ, ਬਾਜ਼ਾਰ ਦੇ ਵਿੱਚ ਇੱਕ ਸਰਕਲ ਜਿਹੜਾ ਹੈਗਾ ਵਾ ਪੈਸੇ ਦਾ ਉਹ ਚੱਲਣਾ ਸ਼ੁਰੂ ਹੋ ਜਾਂਦਾ ਤੇ ਸਿੱਧਾ ਇਸ ਦਾ ਲਾਭ ਜਿਹੜਾ ਹੈਗਾ ਉਹ ਦੇਸ਼ ਨੂੰ ਵੀ ਹੁੰਦਾ ਹੈ, ਦੇਸ਼ ਦੀ ਇਕਨੋਮੀ ਨੂੰ ਵੀ ਹੁੰਦਾ ਹੈ। ਕੇਂਦਰ ਸਰਕਾਰ ਦਾ ਜੋ ਮਾਲੀਆ ਹੈ, ਜੋ ਸੂਬਾ ਸਰਕਾਰਾਂ ਦਾ ਮਾਲੀਆ ਹੈ, ਉਹਨਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਇਜ਼ਾਫਾ ਹੁੰਦਾ ਹੈ। ਸੋ ਜਦੋਂ ਕੇਂਦਰ ਸਰਕਾਰ ਦੇ ਵੱਲੋਂ ਜੋ GST ਦੇ ਵਿੱਚ ਕਟੌਤੀ ਕੀਤੀ ਜਾਂਦੀ ਹੈ, ਜਿਸ ਦਾ ਲਾਭ ਲੋਕਾਂ ਨੂੰ ਤਾਂ ਹੋ ਰਿਹਾ ਤੇ ਪਰ ਜੇਕਰ ਅਸੀਂ ਦੇਸ਼ ਦੀ ਗੱਲ ਕਰੀਏ ਤਾਂ ਦੇਸ਼ ਦੇ GST ਕਲੈਕਸ਼ਨ ਦੇ ਵਿੱਚ ਸਾਲ ਦਰ ਸਾਲ ਜੇਕਰ ਵਾਧਾ ਲਗਾਤਾਰ ਦੇਖਣ ਨੂੰ ਮਿਲਦਾ ਪਿਆ ਹੈ। ਜੇਕਰ ਅਸੀਂ ਫਾਈਨੈਂਸ਼ੀਅਲ ਈਅਰ 2021-22
ਦੀ ਗੱਲ ਕਰੀਏ ਤਾਂ ਜੋ ਔਸਤ GST ਕਲੈਕਸ਼ਨ 1.10 ਲੱਖ ਕਰੋੜ ਰੁਪਏ ਸੀ, ਜਦੋਂ ਕਿ ਫਾਈਨੈਂਸ਼ੀਅਲ ਈਅਰ ਯਾਨੀ ਕਿ 2021-22 ਦੇ ਮੁਕਾਬਲੇ ਜੇਕਰ ਅਸੀਂ ਫਾਈਨੈਂਸ਼ੀਅਲ ਈਅਰ 2022-23 ਦੀ ਗੱਲ ਕਰੀਏ ਤਾਂ ਇਹ ਔਸਤਨ 1.51 ਲੱਖ ਕਰੋੜ ਰੁਪਏ ਅਤੇ ਇਸ ਦੇ ਨਾਲ ਹੀ ਜੇਕਰ 2023-24 ਦੀ ਪਹਿਲੀ ਤਿਮਾਹੀ ਦੀ ਗੱਲ ਕਰੀਏ ਤਾਂ ਔਸਤ ਕਲੈਕਸ਼ਨ 1.69 ਲੱਖ ਕਰੋੜ ਰੁਪਏ ਹੋਇਆ ਹੈ ਤੇ ਜਿਸ ਤੋਂ ਅਸੀਂ ਸਿੱਧਾ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਸ ਦੇ ਨਾਲ ਦੇਸ਼ ਦੀ ਜੋ ਗਰੋਥ ਹੈ ਉਹ ਵੀ ਹੁੰਦੀ ਹੈ। ਜੋ ਦੇਸ਼ ਦੇ ਲੋਕ ਨੇ ਉਹਨਾਂ ਨੂੰ ਵੀ ਇਹਨਾਂ ਚੀਜ਼ਾਂ ਨੂੰ ਖਰੀਦਣ ਦੇ ਵਿੱਚ ਜ਼ਿਆਦਾ ਪੈਸੇ ਖਰਚ ਨਹੀਂ ਕਰਨੇ ਪੈਂਦੇ, ਉਹਨਾਂ ਦੀ ਜੋ ਪੈਸਿਆਂ ਦੀ ਕਟੌਤੀ ਹੈ, ਜੋ GST ਹੈ ਉਹਨਾਂ ਨੂੰ ਜ਼ਿਆਦਾ ਨਹੀਂ ਲੱਗਦਾ, ਕਿਉਂਕਿ ਸਿੱਧਾ ਅਸੀਂ ਦੇਖਿਆ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ 10% ਦਾ ਸਿੱਧਾ ਫਰਕ ਪਿਆ ਹੈ GST ਦੇ ਵਿੱਚ ਤੇ ਇਸ ਦੇ ਨਾਲ ਹੀ ਲੋਕ ਵੀ ਕਾਫੀ ਖੁਸ਼ ਹੋਏ ਨੇ ਤੇ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਪਹਿਲ ਦਿੱਤੀ ਹੈ ਕਿ ਇਹਨਾਂ ਚੀਜ਼ਾਂ ਨੂੰ ਖਰੀਦਿਆ ਜਾਵੇ, ਜਿਸ ਦੇ ਨਾਲ ਦੁਕਾਨਾਂ ਤੇ ਲੋਕ ਲਗਾਤਾਰ ਇਹਨਾਂ ਚੀਜ਼ਾਂ ਨੂੰ ਖਰੀਦਦੇ ਪਏ ਨੇ, ਜਿਸ ਦੇ ਨਾਲ ਸਿੱਧਾ ਲਾਭ ਜਿਹੜਾ ਹੈ ਲੋਕਾਂ ਨੂੰ ਵੀ ਹੋਇਆ ਤੇ ਇਸ ਦਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਲਾਭ ਦੇਸ਼ ਨੂੰ ਵੀ ਹੋਵੇਗਾ, ਕਿਉਂਕਿ ਇਸ ਦੇ ਨਾਲ ਜੋ ਇਕਨੋਮੀ ਹੈ ਉਹ ਕਾਫੀ ਜ਼ਿਆਦਾ ਮਜ਼ਬੂਤ ਹੁੰਦੀ ਹੈ। ਤੁਸੀਂ ਬਣੇ ਰਹੋ ਜਗਬਾਣੀ TV ਦੇ ਨਾਲ। ਧੰਨਵਾਦ।